ਜਿਸ ਤੂੰ ਆਪ
सतगुरु जी की पावन पवित्र हजूरी विच जुड़ बैठे सरबत साध संग जीओ। सो आओ इस वेले साडे बहुत ही प्यार सत्कारयोग सिंह साहिब ज्ञानी सुल्तान सिंह जी जथेदार तख्त श्री केसगढ़ साहिब आनंदपुर साहिब जो साध संग जीओ 2 दिन वास्ते सतगुरु जी की अपार कृपा बख्शिश द्वारा आपां नूं प्राप्त होए है। सो अज पहला दिन है, इस तरह कल का एक होर दिन है और परसों इन्हां दी वापसी है। सो सतगुरु जी ने रहमत की है। आओ इस वेले सिंह साहिब जी आप संगतां दे रूबरू होणगे। साध संग जीओ सारियां संगतां जो भी बाहर बैठे ने ਉਹ जल पानी छक के दरबार में सजन की कृपालता करो। आओ सारिया संगत रल मिल के सिंह साहब जी के कोलों बचन सरवण करिए जी। वाहिगुरू जी का खालसा वाहिगुरू जी की फतेह। वाहिगुरू साहिब जी सतनाम श्री वाहिगुरू साहिब जी। दीनन की प्रतिपाल कर नित संत उबार गनी मन गारा। पाछ पशु नग नाग नरादप सर्ब समय सबको प्रतिपार। पोखत है जल में थल में पल में कल के नहीं कर्म विचार। दीन दयाल दया निध दुख न देखत है पर देत नहार। तुम दाते ठाकुर प्रतिपालक नायक खसम हमारे। निमक निमक तुम ही प्रतिपालो हम बारिक तुमरे तारे। जिहवा एक कवन गुण कहिया बेसुमार बेअंत स्वामी। तेरो अंत न के नहीं लहिया कोट अपराध हमारे खंड हो। अनेक विधि समझावहो हम अज्ञान अल्प मत थोरी। तुम आपन बिरद रखावहो तुमरी शरण तुम्हारी आशा। तुम ही सज्जन सुहेले रखो रखनहार दयाला। नानक करके गोले ना हो जति सती नहीं पड़या। मूर्ख मुग्धा जन्म पया। प्रणवत नानक तिनकी सरना। जिन तू नाही विसरे
ਪਤਿਤ ਪਾਵਨ ਕਿਰਪਾ ਨਿਧਾਨ ਭਗਤ ਵਸ਼ਲ ਚਾਵਰ ਛਤਰ ਤਖਤ ਸਿੰਘਾਸਣ ਦੇ ਮਾਲਕ ਜੁਗੋ ਜੁਗ ਅਟਲ ਗਰੀਬ ਨਿਵਾਜ ਸਤਿਗੁਰੂ ਜਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਸਮਰੱਥ ਸਰਬ ਕਲਾ ਭਰਪੂਰ ਦਸਾਂ ਪਾਤਸ਼ਾਹੀਆਂ ਦੀ ਜੋਤ ਵਾਲੀਏ ਕੁਲ ਆਲਮ ਮੁਰਸ਼ਦ ਉਲ ਆਲਮੀਨ ਸਤਿਗੁਰੂ ਗੁਰਤਾ ਗੱਦੀ ਉੱਤੇ ਸੁਭਾਏਮਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਗੱਜ ਕੇ ਫਤਿਹ ਬੁਲਾਓ ਦੋਨੋਂ ਹੱਥ ਜੋੜੋ ਮਨ ਬਿਰਤੀ ਨੂੰ ਇਕਾਗਰ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੇ ਸੁੰਦਰ ਦੀਵਾਨ ਸੱਜੇ ਹਨ ਔਰ ਸੱਜੇ ਹੋਏ ਦੀਵਾਨਾਂ ਦੇ ਵਿੱਚ ਸੋ ਦਰ ਰਹੇ ਰਾਸ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਸੁਖਦੀਪ ਸਿੰਘ ਜੀ ਹੋਰਾਂ ਵੱਲੋਂ ਗੁਰਬਾਣੀ ਜੀ ਦਾ ਸ਼ਬਦ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ ਔਰ ਇਸੇ ਹੀ ਗੁਰੂ ਘਰ ਦੇ ਵਿੱਚ ਸੇਵਾ ਨਿਭਾਉਣ ਵਾਲੇ ਗੁਰੂ ਘਰ ਦੇ ਗ੍ਰੰਥੀ ਸਿੰਘ ਭਾਈ ਸਾਹਿਬ ਭਾਈ ਤਰਸੇਮ ਸਿੰਘ ਜੀ ਉਹਨਾਂ ਵੱਲੋਂ ਔਰ ਆਪ ਗੁਰੂ ਰੂਪ ਸੰਗਤਾਂ ਵੱਲੋਂ ਹੁਕਮ ਹੋਇਆ ਹੈ ਕੁਝ ਸਮਾਂ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣੀ ਹੈ। ਸੰਗਤ ਜੀ ਆਪ ਜੀ ਬੜਿਆਂ ਵੱਡਿਆਂ ਭਾਗਾਂ ਵਾਲੇ ਹੋ ਤੁਹਾਡੇ ਉੱਤੇ ਸਤਿਗੁਰੂ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਹੈ ਜੋ ਤੁਹਾਨੂੰ ਇਹ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਗੁਰਬਾਣੀ ਜੀ ਦੇ ਵਿੱਚ ਸਤਿਗੁਰੂ ਸਾਹਿਬਾਂ ਜੀ ਦੇ ਬਚਨ ਹਨ ਜਿਨ੍ਹਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋਵੇ ਜਿਨ੍ਹਾਂ ਉੱਤੇ ਸਤਿਗੁਰੂ ਜੀ ਬਹੁਤੇ ਪ੍ਰਸੰਨ ਹੋਣ ਉਹਨਾਂ ਨੂੰ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੁੰਦਾ ਹੈ। ਸਤਿਗੁਰ ਸਾਹਿਬਾਂ ਜੀ ਦੇ ਪਾਵਨ ਬਚਨ ਹਨ ਜਿਨ ਕਉ ਕਿਰਪਾ ਕਰਤ ਹੈ ਗੋਬਿੰਦ ਤੇ ਸਤ ਸੰਗ ਮਿਲਾਤ ਜਿਨ੍ਹਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋਵੇ ਉਹਨਾਂ ਨੂੰ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੁੰਦਾ ਹੈ। ਔਰ ਸਤਿਗੁਰ ਜੀ ਕਹਿੰਦੇ ਹਨ ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤ ਸੰਗ ਮਿਲਾਤ। ਗੋਬਿੰਦ ਦੇ ਅਰਥ ਵਿਦਵਾਨਾਂ ਮਹਾਂਪੁਰਖਾਂ ਨੇ ਬੜੇ ਸੁੰਦਰ ਕੀਤੇ ਹਨ। ਗੋ ਧਰਤੀ ਨੂੰ ਵੀ ਕਿਹਾ ਜਾਂਦਾ ਹੈ, ਗਊ ਗਰੀਬ ਨੂੰ ਵੀ ਕਿਹਾ ਜਾਂਦਾ ਹੈ ਔਰ ਗੋ ਇੰਦਰੀਆਂ ਨੂੰ ਵੀ ਆਖਦੇ ਨੇ। ਬਿੰਦ ਕਹਿੰਦੇ ਨੇ ਪਾਲਣਾ ਕਰਨ ਵਾਲੇ ਨੂੰ, ਇੰਦਰੀਆਂ ਦੀ ਪਾਲਣਾ ਕਰਨ ਵਾਲਾ, ਧਰਤੀ ਦੀ ਪਾਲਣਾ ਕਰਨ ਵਾਲਾ,
ਗਊ ਗਰੀਬ ਦੀ ਪਾਲਣਾ ਕਰਨ ਵਾਲਾ ਉਹ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਔਰ ਸਤਿਗੁਰੂ ਜੀ ਕਹਿੰਦੇ ਹਨ, ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤ ਸੰਗ ਮਿਲਾਤ। ਜਿਨ੍ਹਾਂ ਉੱਤੇ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਕਿਰਪਾ ਕਰਦਾ ਹੈ, ਉਹਨਾਂ ਨੂੰ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਇਹ ਵੀ ਬਚਨ ਗੁਰਬਾਣੀ ਜੀ ਦੇ ਵਿੱਚ ਆਉਂਦੇ ਹਨ, ਜਿਹ ਠਾਕੁਰ ਸੋ ਪ੍ਰਸੰਨ ਭਇਓ, ਸਤ ਸੰਗਤ ਤਿਹ ਪਿਆਰ। ਠਾ ਤੋਂ ਭਾਵ ਹੈ ਸਥਿਤੀ ਕਰਨ ਵਾਲਾ, ਟਿਕਾਉਣ ਵਾਲਾ। ਕੋ ਤੋਂ ਭਾਵ ਹੈ ਉਤਪਤੀ ਕਰਨ ਵਾਲਾ, ਪੈਦਾ ਕਰਨ ਵਾਲਾ, ਪੈਦਾ ਕਰਨ ਵਾਲਾ। ਔਰ ਰਾ ਤੋਂ ਭਾਵ ਹੈ ਲੈਤਾ ਕਰਨ ਵਾਲਾ। ਉਤਪਤੀ ਕਰਨ ਵਾਲਾ, ਪੈਦਾਇਸ਼ ਕਰਨ ਵਾਲਾ, ਇਸ ਧਰਤੀ ਉੱਤੇ ਟਿਕਾਉਣ ਵਾਲਾ, ਸਥਿਤੀ ਕਰਨ ਵਾਲਾ, ਨਾਸ਼ ਕਰਨ ਵਾਲਾ, ਖਤਮ ਕਰਨ ਵਾਲਾ, ਉਹ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਔਰ ਸਤਿਗੁਰੂ ਜੀ ਵਚਨ ਕਰਦੇ ਹਨ, ਜੇ ਠਾਕੁਰ ਸੋ ਪ੍ਰਸੰਨ ਭਇਓ, ਸਤ ਸੰਗਤ ਤਿਹ ਪਿਆਰ। ਜਿਨ੍ਹਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਹੁਤਾ ਪ੍ਰਸੰਨ ਹੋਵੇ, ਉਹਨਾਂ ਨੂੰ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਔਰ ਸੰਗਤ ਜੀ, ਜਿਨ੍ਹਾਂ ਦਾ ਸਤ ਸੰਗਤ ਦੇ ਨਾਲ ਪਿਆਰ ਪੈ ਜਾਂਦਾ ਹੈ, ਜਿਹੜੇ ਰੋਜ਼ਾਨਾ ਸਤ ਸੰਗਤ ਦੇ ਵਿੱਚ ਆਉਂਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਬੈਠ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੋੜਦੇ ਨੇ, ਨਾਮ ਜਪਦੇ ਨੇ, ਗੁਰਬਾਣੀ ਪੜ੍ਹਦੇ ਨੇ, ਕੀਰਤਨ ਕਰਦੇ ਨੇ, ਕੀਰਤਨ ਸਰਵਣ ਕਰਦੇ ਨੇ, ਕਥਾ ਸਰਵਣ ਕਰਦੇ ਨੇ, ਉਹਨਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਹੁਤੀ ਕਿਰਪਾ ਹੁੰਦੀ ਹੈ। ਸਤਿਗੁਰੂ ਜੀ ਬਹੁਤੇ ਪ੍ਰਸੰਨ ਹੋਣ ਤਾਂ ਜਾ ਕਰਕੇ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਔਰ ਸੰਗਤ ਜੀ ਫਿਰ ਉਹ ਆਪਣਾ ਨਿਯਮ ਨਹੀਂ ਛੱਡਦੇ, ਭਾਵੇਂ ਕੈਸੀ ਵੀ ਪਰਿਸਥਿਤੀ ਬਣ ਜਾਵੇ, ਭਾਵੇਂ ਕੁਝ ਵੀ ਹੋ ਜਾਵੇ, ਪਰ ਉਹ ਆਪਣਾ ਨਿਯਮ ਨਹੀਂ ਛੱਡਦੇ। ਸਤਿਗੁਰੂ ਸਾਹਿਬ ਜੀ ਦੇ ਪਾਵਨ ਬਚਨ ਹਨ, ਝੱਖੜ ਝਾਗੀ ਮੀਂਹੋ ਵਰਸੈ, ਭੀ ਗੁਰ ਦੇਖਣ ਜਾਏ। ਪਾਲਾ ਕੱਕਰ ਵਰਫ ਵਰਸੈ, ਗੁਰਸਿੱਖ ਲੰਘ ਗੁਰੂ ਪਹਿ ਜਾਈ। ਭਾਵੇਂ ਮੀਂਹ ਆਵੇ, ਝੱਖੜ ਆਵੇ, ਹਨੇਰੀ ਆਵੇ, ਅਨੇਕ ਪ੍ਰਕਾਰ ਦਾ ਪਾਲਾ ਪੈਂਦਾ ਹੋਵੇ, ਕੱਕਰ ਪੈਂਦਾ ਹੋਵੇ, ਬਰਫ਼ ਪੈਂਦੀ ਹੋਵੇ, ਜਿਹੜੇ ਸਤ ਸੰਗਤ ਦੇ ਨਾਲ ਪਿਆਰ ਕਰਦੇ ਨੇ, ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ, ਫਿਰ ਉਹ ਸਤ ਸੰਗਤ ਕਰਨੀ ਨਹੀਂ ਛੱਡਦੇ, ਆਪਣਾ ਨਿਯਮ ਨਹੀਂ ਛੱਡਦੇ। ਔਰ ਸੰਗਤ ਜੀ, ਸਤ ਸੰਗਤ ਇੱਕ ਐਸਾ ਸਕੂਲ ਹੈ ਜਿੱਥੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦੇ ਗੁਣ ਸਿਖਾਏ ਜਾਂਦੇ ਹਨ, ਸਿੱਖੇ ਜਾਂਦੇ ਹਨ। ਸਤ ਸੰਗਤ ਸਤਿਗੁਰ ਚਟਸਾਲ ਹੈ, ਜਿੱਥੇ ਹਰ ਗੁਣ ਸਿੱਖਾ। ਸਤ ਸੰਗਤ ਐਸਾ ਸਕੂਲ ਹੈ, ਐਸੀ ਧਰਮਸ਼ਾਲਾ ਹੈ, ਜਿੱਥੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦੇ ਗੁਣ ਸਿੱਖੇ ਅਤੇ ਸਿਖਾਏ ਜਾਂਦੇ ਹਨ। ਸੰਸਾਰ ਦੇ ਵਿੱਚ ਸੰਗਤ ਜੀ ਜਿੰਨੇ ਵੀ ਧਰਮ ਹੋਏ ਹਨ, ਜਿੰਨੇ ਵੀ ਪੈਰੋਕਾਰ ਹੋਏ ਹਨ, ਜਿੰਨੇ ਵੀ ਮਹਾਂਪੁਰਖ ਹੋਏ ਹਨ, ਸਾਰਿਆਂ ਨੇ ਸਤ ਸੰਗਤ ਦੀ ਬੜੀ ਵੱਡੀ ਮਹਾਨਤਾ ਦੱਸੀ ਹੈ। ਔਰ ਇਹ ਵੀ ਬਚਨ ਆਪ ਜੀ ਰੋਜ਼ਾਨਾ ਗੁਰਬਾਣੀ ਦੇ ਵਿੱਚ ਪੜ੍ਹਦੇ ਹੋ, ਵਡਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾਂ ਖਾਵਹਿ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜਾ ਜੀਓ। ਬਹੁਤੇ ਵੱਡੇ ਭਾਗ ਹੋਣ, ਬਹੁਤੇ ਚੰਗੇ ਕਰਮ ਕੀਤੇ ਹੋਣ, ਸਤਿਗੁਰੂ ਜੀ ਬਹੁਤੇ ਪ੍ਰਸੰਨ ਹੋਣ, ਤਾਂ ਜਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੁੰਦਾ ਹੈ।
ਵਡਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਗੈਰ ਭਾਗਾਂ ਤੋਂ ਚੰਗਿਆਂ ਕਰਮਾਂ ਤੋਂ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ। ਬਿਨ ਸੰਗਤ ਮੈਲ ਭਰੀਜੈ ਜੀਓ, ਔਰ ਸਤ ਸੰਗਤ ਕੀਤਿਓਂ ਬਗੈਰ ਸਾਡੇ ਜਿਹੜੇ ਮਨਾਂ ਨੂੰ ਮੈਲ ਲੱਗੀ ਹੋਈ ਆ ਨਾ, ਇਹ ਨਹੀਂ ਉਤਰ ਸਕਦੀ। ਸਤ ਸੰਗਤ ਦੇ ਵਿੱਚ ਆਉਣ ਨਾਲ ਹੀ ਜਿਹੜੀ ਸਾਡੇ ਮਨਾਂ ਉੱਤੇ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਹੋਈ ਹੈ, ਸਤ ਸੰਗਤ ਕਰਨ ਦੇ ਨਾਲ ਹੀ ਉਤਰਦੀ ਹੈ। ਸਤਿਗੁਰ ਸਾਹਿਬਾਨ ਦੀ ਜੇ ਪਾਵਨ ਬਚਨ ਹਨ, ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਆ ਸਿਆਹੋ। ਸਾਡੇ ਮਨਾਂ ਨੂੰ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ, ਔਰ ਇਹ ਮੈਲ ਤਾਂ ਹੀ ਉਤਰੇਗੀ ਜੀ ਅਸੀਂ ਰੋਜ਼ਾਨਾ ਸਤ ਸੰਗਤ ਦੇ ਵਿੱਚ ਜਾ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਾਂਗੇ। ਸਤਿਗੁਰ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆ ਕਰਕੇ ਕਥਾ ਕੀਰਤਨ ਸਰਵਣ ਕਰਾਂਗੇ, ਗੁਰਬਾਣੀ ਸਰਵਣ ਕਰਾਂਗੇ, ਗੁਰਬਾਣੀ ਪੜਾਂਗੇ, ਤਾਂ ਹੀ ਸਾਡੇ ਮਨ ਦੀ ਜਿਹੜੀ ਇਹ ਮੈਲ ਹੈ ਉਹ ਦੂਰ ਹੋਵੇਗੀ। ਸਤਿਗੁਰੂ ਜੀ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਆ ਸਿਆਹੋ। ਖੰਨਲੀ ਧੋਤੀ ਉਜਲੀ ਨਾ ਹੋਵਈ, ਜੇ 100 ਧੋਵਣ ਪਾਹੋ। ਤੇਲ ਕੱਢਣ ਵਾਲਾ ਜਿਹੜਾ ਹੁੰਦਾ ਹੈ ਤੇਲੀ, ਜਦੋਂ ਉਹ ਕੋਹਲੂ ਦੇ ਵਿੱਚੋਂ ਤੇਲ ਕੱਢਦਾ ਹੈ, ਇੱਕ ਉਹਨੇ ਲੀਰ ਜਿਹੀ ਰੱਖੀ ਹੁੰਦੀ, ਕੱਪੜਾ ਰੱਖਿਆ ਹੁੰਦਾ ਜਿਹਨੂੰ ਖੰਨਲੀ ਕਹਿੰਦੇ ਨੇ, ਉਹਦੇ ਨਾਲ ਉਹ ਕੋਹਲੂ ਨੂੰ ਸਾਫ਼ ਕਰਦਾ ਹੈ। ਔਰ ਸੰਗਤ ਜੀ ਉਹ ਖੰਨਲੀ ਦੇ ਨਾਲ ਜਦੋਂ ਤੇਲੀ ਕੋਹਲੂ ਨੂੰ ਸਾਫ਼ ਕਰਦਾ ਹੈ, ਰੋਜ਼ਾਨਾ ਸਾਫ਼ ਕਰੀ ਜਾਂਦਾ, ਉਹ ਕੱਪੜੇ ਦੇ ਵਿੱਚ ਤੇਲ ਰਚ ਵਿੱਚ ਜਾਂਦਾ ਹੈ। ਫਿਰ ਉਹਨੂੰ ਜਿੰਨਾ ਮਰਜ਼ੀ ਧੋਈ ਜਾਵੋ ਉਹ ਸਾਫ਼ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਸਾਡੇ ਮਨਾਂ ਦੇ ਉੱਤੇ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ। ਇਹ ਮੈਲ ਤਾਂ ਹੀ ਦੂਰ ਹੋਵੇਗੀ ਜੇ ਅਸੀਂ ਸਤ ਸੰਗਤ ਕਰਾਂਗੇ। ਸਤ ਸੰਗਤ ਵਿੱਚ ਆ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਚਰਨਾਂ ਦੇ ਨਾਲ ਜੁੜਾਂਗੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰ ਸਾਹਿਬਾਨ ਜੀ ਦੇ ਚਰਨਾਂ ਦੇ ਵਿੱਚ ਗੁਰੂ ਕੇ ਪਿਆਰੇ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰ ਜੀ ਸਾਡੇ ਮਨਾਂ ਉੱਤੇ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ, ਕਿਸ ਤਰ੍ਹਾਂ ਦੂਰ ਹੋਵੇਗੀ। ਸਤਿਗੁਰ ਜੀ ਆਪਣੇ ਸਿੱਖਾਂ ਦੇ ਵਚਨ ਸੁਣ ਕੇ ਪ੍ਰਸੰਨ ਹੋਏ। ਸਤਿਗੁਰ ਸਾਹਿਬਾਨ ਜੀ ਨੇ ਇੱਕ ਛੋਟੀ ਜਿਹੀ ਉਦਾਹਰਨ ਦਿੱਤੀ। ਸਤਿਗੁਰ ਜੀ ਕਹਿੰਦੇ ਇੱਕ ਗੰਦੇ ਪਾਣੀ ਦਾ ਭਰਿਆ ਹੋਇਆ ਕੜਾਹਾ ਜਾਂ ਭਰਿਆ ਹੋਇਆ ਕੋਈ ਭਾਂਡਾ ਵਗਦੇ ਹੋਏ ਮੀਂਹ ਦੇ ਵਿੱਚ ਰੱਖ ਦਈਏ, ਜਿੱਥੇ ਵਰਖਾ ਪੈਂਦੀ ਹੋਵੇ। ਉਹ ਭਰਿਆ ਹੋਇਆ ਭਾਂਡਾ ਵਿਹੜੇ ਦੇ ਵਿੱਚ ਰੱਖ ਦਈਏ, ਜਦੋਂ ਵਰਖਾ ਆਉਂਦੀ ਹੈ, ਮੀਂਹ ਪੈਂਦਾ ਹੈ, ਉਹ ਗੰਦੇ ਪਾਣੀ ਦੇ ਵਿੱਚ ਮੀਂਹ ਦਾ ਚੰਗਾ ਜਲ ਪਈ ਜਾਂਦਾ ਹੈ। ਜਿਹੜਾ ਗੰਦਾ ਜਲ ਹੁੰਦਾ ਹੈ ਭਾਂਡੇ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਹੈ, ਔਰ ਮੀਂਹ ਦਾ ਜਿਹੜਾ ਚੰਗਾ ਜਲ ਹੁੰਦਾ ਹੈ, ਸਵੱਛ ਜਲ ਹੁੰਦਾ ਹੈ, ਸਾਫ਼ ਜਲ ਹੁੰਦਾ ਹੈ, ਉਸ ਭਾਂਡੇ ਦੇ ਵਿੱਚ ਭਰ ਜਾਂਦਾ ਹੈ। ਇਸੇ ਤਰ੍ਹਾਂ ਹੀ ਸਤ ਸੰਗਤ ਹੈ। ਜਦੋਂ ਅਸੀਂ ਸਤ ਸੰਗਤ ਦੇ ਵਿੱਚ ਆਉਨੇ ਆ, ਗੁਰਬਾਣੀ ਦੀ ਵਰਖਾ ਹੁੰਦੀ ਹੈ, ਕੀਰਤਨ ਦੀ ਵਰਖਾ ਹੁੰਦੀ ਹੈ, ਕਥਾ ਦੀ ਵਰਖਾ ਹੁੰਦੀ ਹੈ, ਤਾਂ ਜਿਹੜੀ ਸਾਡੇ ਮਨਾਂ ਉੱਤੇ ਲੱਗੀ ਹੋਈ ਮੈਲ ਹੈ ਜਨਮਾਂ ਜਨਮਾਂਤਰਾਂ ਦੀ ਉਤਰਨ ਲੱਗ ਜਾਂਦੀ ਹੈ। ਫਿਰ ਇੱਕ ਦਿਨ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਕਿ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਮੈਲ ਕਥਾ ਕੀਰਤਨ ਗੁਰਬਾਣੀ ਦੀ ਵਰਖਾ ਰਾਹੀਂ ਉਤਰ ਜਾਂਦੀ ਹੈ। ਫਿਰ ਝਿਮ ਝਿਮ ਵਰਤੈ ਅੰਮ੍ਰਿਤ ਧਾਰਾ। ਫਿਰ ਜਦੋਂ ਗੁਰਬਾਣੀ ਕੀਰਤਨ ਦੀ ਵਰਖਾ ਹੁੰਦੀ ਹੈ, ਸਾਡੇ ਮਨਾਂ ਦੀ ਮੈਲ ਦੂਰ ਹੋ ਜਾਂਦੀ ਹੈ। ਔਰ ਸੰਗਤ ਜੀ ਧਰਮ ਸ਼ਾਸਤਰਾਂ ਦੇ ਵਿੱਚ ਵਿਦਵਾਨ ਮਹਾਂਪੁਰਖਾਂ ਨੇ ਸਤ ਸੰਗਤ ਦੀ ਬੜੀ ਵੱਡੀ ਮਹਿਮਾ ਲਿਖੀ ਹੈ।
ਇੱਕ ਵਿਦਵਾਨ ਮਹਾਂਪੁਰਖ ਕਹਿੰਦੇ ਨੇ, ਇੱਕ ਤੋਂ ਦੂਣੇ ਹੋਣ ਤਿੰਨਾਂ ਦੇ ਜੋ ਸਤ ਸੰਗਤ ਚੱਲ ਆਵਨ। ਉਹ ਮਹਾਂਪੁਰਖ ਕਹਿੰਦੇ ਇੱਕ ਤੋਂ ਦੂਣੇ ਭਾਗ ਹੋ ਜਾਂਦੇ ਨੇ ਜਿਹੜੇ ਸਤ ਸੰਗਤ ਦੇ ਵਿੱਚ ਚੱਲ ਕੇ ਆਉਂਦੇ ਨੇ। ਔਰ ਅੱਗੇ ਉਹ ਮਹਾਂਪੁਰਖ ਕਹਿੰਦੇ, ਦੂਣਿਓ ਚੌਣੇ ਹੋਣ ਤਿੰਨਾਂ ਦੇ ਜਿਹੜੇ ਆਵਣ ਤੇ ਹਰ ਗੁਣ ਗਾਵਣ। ਸਤਿਗੁਰ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆ ਕਰਕੇ ਜਿਹੜੇ ਸਤ ਸੰਗਤ ਕਰਦੇ ਨੇ, ਫਿਰ ਸਤ ਸੰਗਤ ਦੇ ਵਿੱਚ ਬੈਠ ਕਰਕੇ, ਸੰਗਤ ਦੇ ਵਿੱਚ ਬੈਠ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਨੇ, ਗੁਰਬਾਣੀ ਕੀਰਤਨ ਕਥਾ ਸਰਵਣ ਕਰਦੇ ਨੇ। ਉਹ ਵਿਦਵਾਨ ਮਹਾਂਪੁਰਖ ਕਹਿੰਦੇ ਉਹਨਾਂ ਦੇ ਭਾਗ ਦੂਣਿਓ ਚੌਣੇ ਹੋ ਜਾਂਦੇ ਨੇ। ਅੱਗੇ ਉਹ ਮਹਾਂਪੁਰਖ ਕਹਿੰਦੇ, ਚੌਣਿਓ ਅਠਾਉਣੇ ਹੋਣ ਤਿੰਨਾਂ ਦੇ ਜਿਹੜੇ ਆਵਣ, ਹਰ ਗੁਣ ਗਾਵਣ ਤੇ ਮਨ ਵਸਾਵਣ। ਜਿਹੜੇ ਸਤ ਸੰਗਤ ਦੇ ਵਿੱਚ ਆਉਂਦੇ ਨੇ, ਸਤ ਸੰਗਤ ਕਰਦੇ ਨੇ, ਸੰਗਤ ਵਿੱਚ ਬੈਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਨੇ, ਫਿਰ ਉਹਨਾਂ ਗੁਣਾਂ ਨੂੰ ਆਪਣੇ ਮਨ ਦੇ ਵਿੱਚ ਵਸਾਉਂਦੇ ਨੇ, ਉਹਨਾਂ ਦੇ ਭਾਗ 8 ਗੁਣਾ ਵੱਡੇ ਹੋ ਜਾਂਦੇ ਨੇ। ਆਪ ਜੀ ਗੁਰਬਾਣੀ ਜੀ ਦੇ ਵਿੱਚ ਵੀ ਇਹ ਬਚਨ ਪੜ੍ਹਦੇ ਹੋ ਨਾ, ਸੁਣਿਆ ਮੰਨਿਆ ਮਨ ਕੀਤਾ ਭਾਉ। ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਚਨ ਸੁਣ ਕੇ, ਫਿਰ ਉਹਨਾਂ ਨੂੰ ਆਪਣੇ ਮਨ ਦੇ ਵਿੱਚ ਵਸਾ ਕਰਕੇ, ਫਿਰ ਪਿਆਰ ਦੇ ਨਾਲ ਉਹਨਾਂ ਨੂੰ ਜਪਦੇ ਨੇ। ਉਹ ਵਿਦਵਾਨ ਮਹਾਂਪੁਰਖ ਕਹਿੰਦੇ, ਚੌਣਿਓ ਅਠਾਉਣੇ ਹੋਣ ਤਿੰਨਾਂ ਦੇ ਜਿਹੜੇ ਆਵਨ, ਹਰ ਗੁਣ ਗਾਵਨ ਤੇ ਮਨ ਵਸਾਵਨ। ਜਿਹੜੇ ਆ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਨੇ, ਫਿਰ ਉਹਨਾਂ ਨੂੰ ਆਪਣੇ ਮਨ ਦੇ ਵਿੱਚ ਵਸਾਉਂਦੇ ਨੇ, ਉਹਨਾਂ ਦੇ ਭਾਗ 8 ਗੁਣਾ ਵੱਡੇ ਹੋ ਜਾਂਦੇ ਨੇ। ਔਰ ਅੱਗੇ ਉਹ ਮਹਾਂਪੁਰਖ ਕਹਿੰਦੇ ਹਨ, ਮੂੜੀ ਗੁੱਲ ਤਿੰਨਾਂ ਦੀ ਹੋਈ, ਜਿਹੜੇ ਮੁੱਢੋਂ ਹੀ ਪੈਰ ਨਾ ਪਾਵਣ। ਆਪ ਜੀ ਰੋਜ਼ਾਨਾ ਸੋਹਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਪੜ੍ਹਦੇ ਹੋ ਜਾਂ ਸਰਵਣ ਕਰਦੇ ਹੋ। ਸਤਿਗੁਰ ਸਾਹਿਬਾਂ ਜੀ ਦੇ ਪਾਵਨ ਬਚਨ ਹਨ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਹੜੇ ਸਤ ਸੰਗਤ ਨਹੀਂ ਕਰਦੇ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਹਨ, ਉਹਨਾਂ ਦਾ ਜਿਉਣਾ ਤ੍ਰਿਗ ਹੈ। ਦਾਸ ਨੇ ਕਿਸੇ ਵਿਦਵਾਨ ਮਹਾਂਪੁਰਖ ਕੋਲੋਂ ਇਹ ਪੁੱਛਣ ਦਾ ਯਤਨ ਕੀਤਾ ਕਿ ਤ੍ਰਿਗ ਕਹਿੰਦੇ ਕਿਹਨੂੰ ਨੇ। ਇੱਕ ਵਿਦਵਾਨ ਮਹਾਂਪੁਰਖ ਨੇ ਮੈਨੂੰ ਦੱਸਿਆ, ਉਹ ਕਹਿੰਦੇ ਤ੍ਰਿਗ ਹੁੰਦਾ ਕਿਸੇ ਨੂੰ ਇੱਕ ਵਾਰੀ ਲਾਹਨਤ ਪਾ ਦੀ ਨਾ, ਜਾਂ ਤੈਨੂੰ ਲਾਹਨਤ ਹੈ, ਉਹ ਹੀ ਬੜੀ ਹੁੰਦੀ ਹੈ। ਕਿਸੇ ਨੂੰ ਕਹਿ ਦਈਏ ਨਾ ਇੱਕ ਵਾਰੀ ਜਾਂ ਤੈਨੂੰ ਲਾਹਨਤ ਹੈ, ਉਹ ਹੀ ਬੜੀ ਹੁੰਦੀ ਹੈ। ਕਿਸੇ ਨੂੰ 100 ਵਾਰੀ ਲਾਹਨਤ ਪਾ ਦਈਏ ਤਾਂ ਇੱਕ ਫਿੱਟ ਲਾਹਨਤ ਬਣਦੀ ਹੈ। ਔਰ ਕਿਸੇ ਨੂੰ 100 ਵਾਰੀ ਕਹਿ ਦਈਏ ਨਾ ਜਾਂ ਤੈਨੂੰ ਫਿੱਟ ਲਾਹਨਤ ਹੈ, ਤਾਂ ਇੱਕ ਵਾਰੀ ਤ੍ਰਿਗ ਬਣਦਾ ਹੈ। ਔਰ ਸਤਿਗੁਰੂ ਜੀ ਕਹਿੰਦੇ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਉਹਨਾਂ ਦਾ ਜਿਉਣਾ ਤ੍ਰਿਗ ਹੈ। ਜਿਹੜੇ ਆ ਕਰਕੇ ਸਤ ਸੰਗਤ ਨਹੀਂ ਕਰਦੇ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦੇ। ਔਰ ਸੰਗਤ ਜੀ, ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਸਤ ਸੰਗਤ ਦੇ ਪ੍ਰਥਾ ਇੱਕ ਬੜਾ ਸੋਹਣਾ ਅਲੰਕਾਰ ਸੁਣਾਇਆ ਕਰਦੇ ਸਨ ਆਪਣੀ ਕਥਾ ਦੇ ਵਿੱਚ। ਉਹ ਮਹਾਂਪੁਰਖ ਕਹਿੰਦੇ ਹਨ, ਜੇ ਵੇਲ ਬੀਜ ਦਈਏ ਨਾ ਧਰਤੀ ਉੱਤੇ, ਵੇਲ ਦਾ ਸੁਭਾਅ ਹੁੰਦਾ ਹੈ, ਜਿਸ ਚੀਜ਼ ਵੱਲ ਨੂੰ ਉਸ ਦਾ ਮੂੰਹ ਹੋ ਜਾਵੇ ਉਧਰ ਨੂੰ ਹੀ ਵੱਧ ਤੁਰਦੀ ਹੈ। ਉਹ ਮਹਾਂਪੁਰਖ ਕਹਿੰਦੇ ਕਿ ਜੇ ਵੇਲ ਨੂੰ ਕਿਸੇ ਆਪਾਂ ਟੋਏ ਲਾਗੇ ਬੀਜ ਦਈਏ ਤਾਂ ਵੇਲ ਦਾ ਮੂੰਹ ਟੋਏ ਵੱਲ ਨੂੰ ਹੋ ਜਾਵੇ ਤਾਂ ਉਹ ਟੋਏ ਵੱਲ ਨੂੰ ਹੀ ਵੱਧ ਤੁਰਦੀ ਹੈ। ਜੇ ਉਹੋ ਹੀ ਵੇਲ ਆਪਾਂ ਪੱਧਰੀ ਧਰਤੀ ਉੱਤੇ ਬੀਜ ਦਈਏ
ਤਾਂ ਉਹ ਧਰਤੀ ਉੱਤੇ ਖਿੱਲਰ ਜਾਂਦੀ ਹੈ, ਪੱਧਰ ਉੱਤੇ ਖਿੱਲਰ ਜਾਂਦੀ ਹੈ। ਜੇ ਉਹੋ ਹੀ ਵੇਲ ਆਪਾਂ ਕਿਸੇ ਦਰਖਤ ਦੇ ਨੇੜੇ ਬੀਜ ਦਈਏ ਤਾਂ ਉਹ ਤਾਂ ਦਰਖਤ ਵੱਲ ਨੂੰ ਚੜ੍ਹ ਜਾਂਦੀ ਹੈ। ਮਹਾਂਪੁਰਖ ਸਾਨੂੰ ਸਮਝਾਉਂਦੇ ਨੇ ਕਿ ਸਾਡਾ ਜੀਵਨ ਵੀ ਉਸੇ ਤਰ੍ਹਾਂ ਹੀ ਹੈ। ਜੇ ਅਸੀਂ ਵੇਲ ਨੂੰ ਟੋਏ ਲਾਗੇ ਬੀਜ ਦਈਏ, ਉਹ ਟੋਏ ਵੱਲ ਨੂੰ ਵੱਧ ਤੁਰਦੀ ਹੈ। ਇਸੇ ਤਰ੍ਹਾਂ ਹੀ ਸਾਡਾ ਜੀਵਨ ਹੈ। ਸਾਡੇ ਜੀਵਨ ਦੇ ਵਿੱਚ ਜੇ ਸਾਨੂੰ ਨਿਸ਼ਰਤ ਬਾਣੀ ਤੋਂ ਹੀਣੇ ਨਾਸਤਿਕ ਬੰਦਿਆਂ ਦਾ ਸੰਗ ਹੋ ਜਾਵੇ ਤਾਂ ਸਾਡਾ ਜੀਵਨ ਵੀ ਉਹਨਾਂ ਵਰਗਾ ਹੋ ਜਾਂਦਾ ਹੈ, ਨੀਵੇਂ ਪੱਧਰ ਵੱਲ ਨੂੰ ਚਲਿਆ ਜਾਂਦਾ ਹੈ। ਜਿਸ ਤਰ੍ਹਾਂ ਵੇਲ ਟੋਏ ਵੱਲ ਨੂੰ ਵੱਧ ਤੁਰਦੀ ਹੈ, ਸਾਡਾ ਜੀਵਨ ਵੀ ਉਹਨਾਂ ਵਾਂਗੂ ਹੀ ਹੋ ਜਾਂਦਾ ਹੈ। ਜੇ ਉਹ ਹੀ ਵੇਲ ਧਰਤੀ ਉੱਤੇ ਬੀਜ ਦਈਏ, ਜਿਸ ਤਰ੍ਹਾਂ ਧਰਤੀ ਉੱਤੇ ਪੱਧਰ ਤੇ ਖਿਲਰ ਜਾਂਦੀ ਹੈ, ਸਾਡਾ ਜੀਵਨ ਦੇ ਵਿੱਚ ਦੁਨਿਆਵੀ ਲੋਕਾਂ ਦੇ ਨਾਲ ਸੰਗ ਹੋ ਜਾਵੇ ਤੇ ਸਾਡਾ ਜੀਵਨ ਵੀ ਫਿਰ ਉਹਨਾਂ ਦੁਨਿਆਵੀ ਲੋਕਾਂ ਵਰਗਾ ਹੋ ਜਾਂਦਾ ਹੈ। ਪਰ ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ, ਰੱਬ ਦੀ ਖੁਸ਼ੀ ਨਹੀਂ ਮਿਲਦੀ। ਜੇ ਉਹ ਹੀ ਵੇਲ ਕਿਸੇ ਦਰਖਤ ਦੇ ਲਾਗੇ ਬੀਜ ਦਈਏ ਤਾਂ ਦਰਖਤ ਉੱਤੇ ਚੜ੍ਹ ਜਾਂਦੀ ਹੈ। ਇਸੇ ਤਰ੍ਹਾਂ ਹੀ ਸਾਡੇ ਜੀਵਨ ਦੇ ਵਿੱਚ ਜੇ ਸਾਨੂੰ ਮਹਾਂਪੁਰਖਾਂ ਦਾ ਨਾਮ ਜਪਣ ਵਾਲਿਆਂ ਦਾ ਸਾਧੂਆਂ ਦਾ ਸੰਗ ਹੋ ਜਾਵੇ ਤਾਂ ਸਾਡਾ ਜੀਵਨ ਵੀ ਜਿਸ ਤਰ੍ਹਾਂ ਦਰਖਤ ਉੱਤੇ ਚੜੀ ਹੋਈ ਵੇਲ ਉਤਾਂਹ ਵੱਲ ਨੂੰ ਵੱਧ ਜਾਂਦੀ ਹੈ, ਸਾਡਾ ਜੀਵਨ ਵੀ ਉਹਨਾਂ ਮਹਾਂਪੁਰਖਾਂ ਵਰਗਾ ਉੱਚਾ ਹੋ ਜਾਂਦਾ ਹੈ। ਫਿਰ ਉੱਚੇ ਉੱਪਰ ਉੱਚੇ ਨਾਉ ਦੇ ਨਾਲ ਜੁੜ ਜਾਂਦਾ ਹੈ। ਸੰਗਤ ਜੀ, ਜੀਵਨ ਦੇ ਵਿੱਚ ਸਤ ਸੰਗਤ ਕਰਨੀ, ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋਵੇ ਤਾਂ ਜਾ ਕੇ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਵਿਦਵਾਨ ਮਹਾਂਪੁਰਖਾਂ ਨੇ 4 ਪ੍ਰਕਾਰ ਦੀ ਸੰਗਤ ਦੱਸੀ ਹੈ। ਪਹਿਲੀ ਹੈ ਸੰਗਤ ਜਿੱਥੇ ਬਹੁਤੀ ਭੀੜ ਹੋਵੇ, ਬਹੁਤੇ ਲੋਕਾਂ ਦਾ ਇਕੱਠ ਹੋਵੇ, ਉਹਨੂੰ ਸੰਗਤ ਕਿਹਾ ਜਾਂਦਾ ਹੈ। ਪਰ ਜੇ ਉੱਥੇ ਕੋਈ ਰੱਬ ਦੀ ਗੱਲ ਨਾ ਹੋਵੇ, ਗੱਲ ਹੀ ਜਪਦੀ ਹੋਵੇ, ਕੋਈ ਉਸ ਪਰਮਾਤਮਾ ਦੇ ਨਾਮ ਦੀ ਗੱਲ ਨਾ ਕਰੇ ਤਾਂ ਉਹਨੂੰ ਫਿਰ ਸਤ ਸੰਗਤ ਨਹੀਂ ਕਿਹਾ ਜਾਂਦਾ, ਉਹਨੂੰ ਕੁਸੰਗਤ ਕਿਹਾ ਜਾਂਦਾ ਹੈ। ਪਹਿਲੀ ਹੈ ਸੰਗਤ, ਦੂਜੀ ਹੈ ਕੁਸੰਗਤ, ਤੀਜੀ ਹੈ ਸਾਧ ਸੰਗਤ ਔਰ ਚੌਥੀ ਹੈ ਸਤ ਸੰਗਤ। ਕੁਸੰਗਤ ਜਿਸ ਤਰ੍ਹਾਂ ਆਪ ਜੀ ਨੂੰ ਪਹਿਲਾਂ ਹੀ ਦੱਸਿਆ ਹੈ ਕਿ ਜਿੱਦਾਂ ਮਹਾਂਪੁਰਖ ਕਹਿੰਦੇ ਨੇ, ਜੇ ਟੋਏ ਵੱਲ ਨੂੰ ਬੀਜੀ ਹੋਈ ਵੇਲ ਟੋਏ ਵੱਲ ਨੂੰ ਵੱਧ ਤੁਰਦੀ ਹੈ, ਨਿਸ਼ਰਦ ਲੋਕਾਂ ਦਾ, ਬਾਣੀ ਤੋਂ ਹੀਣੇ ਲੋਕਾਂ ਦਾ, ਨਾਸਤਿਕ ਲੋਕਾਂ ਦਾ ਸੰਗ ਹੋ ਜਾਵੇ ਤਾਂ ਸਾਡਾ ਜੀਵਨ ਵੀ ਫਿਰ ਉਦਾਂ ਦਾ ਹੀ ਹੋ ਜਾਂਦਾ ਹੈ, ਉਹਨੂੰ ਕੁਸੰਗਤ ਕਹਿੰਦੇ ਨੇ। ਸਾਧ ਸੰਗਤ, ਸਾਧੂਆਂ ਦੀ ਸੰਗਤ ਔਰ ਸਤ ਸੰਗਤ, ਸਤਿਗੁਰ ਸਾਹਿਬਾਨ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕਰਕੇ, ਜੁੜ ਕਰਕੇ ਕਥਾ ਕੀਰਤਨ ਗੁਰਬਾਣੀ ਸਰਵਣ ਕਰੀਏ, ਉਹਨੂੰ ਸਤ ਸੰਗਤ ਕਹਿੰਦੇ ਨੇ। ਔਰ ਸੰਗਤ ਜੀ, ਸਤ ਸੰਗਤ ਦੀ ਪਰਿਭਾਸ਼ਾ ਵਿਦਵਾਨ ਮਹਾਂਪੁਰਖਾਂ ਨੇ ਪਦਛੇਦ ਕਰਕੇ ਬੜੀ ਸੋਹਣੀ ਕੀਤੀ ਹੈ। ਸਤ ਪਲੱਸ ਸੰਗ ਪਲੱਸ ਗਤ। ਸਤ ਤੋਂ ਭਾਵ ਹੈ ਜਿਹੜਾ ਕਦੀ ਨਾਸ਼ ਨਾ ਹੋਵੇ, ਜਿਹਦਾ ਕਦੀ ਅੰਤ ਨਾ ਹੋਵੇ, ਉਹ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਔਰ ਗੁਰਬਾਣੀ ਜੀ ਦੇ ਵਿੱਚ ਸਤ ਸੰਗਤ ਦੀ ਪਰਿਭਾਸ਼ਾ ਦਿੰਦਿਆਂ ਹੋਇਆਂ ਸਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕਿਹਾ ਹੈ। ਔਰ ਸੰਗਤ ਜੀ, ਸਤ ਤੋਂ ਭਾਵ ਹੈ ਜਿਹੜਾ ਕਦੀ ਨਾਸ ਨਾ ਹੋਵੇ। ਉਹ ਆਦਿ ਸੱਚ ਹੈ, ਜੁਗਾਦ ਸੱਚ ਹੈ ਵੀ ਸੱਚ ਹੈ, ਨਾਨਕ ਹੋਸੀ ਵੀ ਸੱਚ ਹੈ। ਅਬਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲਕ ਹੋਈ। ਔਰ ਵਿਦਵਾਨਾਂ ਦੇ ਅਨੁਸਾਰ ਸਤ ਕਹਿੰਦੇ ਕਿਹਨੂੰ ਨੇ? ਵਿਦਵਾਨ ਕਹਿੰਦੇ ਤ੍ਰੈ ਕਾਲ ਅਭਾਦਤਵੰ ਸਤਵੰ। ਤ੍ਰੈ ਕਾਲ ਤੋਂ ਭਾਵ ਹੈ ਤਿੰਨਾਂ ਕਾਲਾਂ ਦੇ ਵਿੱਚ ਜਿਹੜਾ ਕਦੀ ਨਾਸ਼ ਨਾ ਹੋਵੇ, ਉਹਨੂੰ ਸਤ ਕਹਿੰਦੇ ਨੇ। ਔਰ ਸੰਗਤ ਜੀ,
गत तो भाव है संग तो भाव है भली प्रकार और गत तो भाव है प्राप्ति। जिस थां उत्ते बैठ करके उस अकाल पुरख वाहिगुरु परमेश्वर की प्राप्ति होवे ਉਹਨੂੰ सत संगत ਕਹਿੰਦੇ ਨੇ। ਆਪ ਦੀ ਵੱਡਿਆਂ ਭਾਗਾਂ ਵਾਲਿਓ, ਆਪ ਦੀਆਂ ਉੱਤੇ ਸਤਿਗੁਰਾਂ ਦੀ ਬੇਅੰਤ ਕਿਰਪਾ ਹੈ ਜੋ ਆਪ ਜੀ ਨੂੰ ਇਹ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਔਰ ਸੰਗਤ ਜੀ ਦਾਸ ਦੀ ਆਪ ਜੀ ਨੂੰ ਬੇਨਤੀ ਵੀ ਹੈ ਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਆ ਕਰਕੇ ਰੋਜ਼ਾਨਾ ਸਤ ਸੰਗਤ ਜ਼ਰੂਰ ਕਰਿਆ ਕਰੋ। ਧੰਨ ਧੰਨ ਸੋਢੀ ਸੁਲਤਾਨ ਪਿਤਾ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਤਿਗੁਰ ਸਾਹਿਬਾਂ ਜੀ ਦਾ ਪ੍ਰਕਾਸ਼ ਗੁਰਪੁਰਬ ਜੋ 30 ਤਰੀਕ ਨੂੰ ਲੰਘ ਕੇ ਗਿਆ ਹੈ, ਸਮੁੱਚੇ ਵਿਸ਼ਵ ਭਰ ਦੀਆਂ ਸੰਗਤਾਂ ਨੇ ਸਤਿਗੁਰੂ ਸਾਹਿਬਾਂ ਜੀ ਦਾ ਪ੍ਰਕਾਸ਼ ਗੁਰਪੁਰਬ ਬੜੀ ਚੜ੍ਹਦੀ ਕਲਾ, ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾਇਆ। ਉੱਥੇ ਹੀ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ, ਸੇਵਾਦਾਰ ਜਮਾਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵੱਲੋਂ ਧੰਨ ਧੰਨ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਆਪ ਸਾਰੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ ਔਰ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਨੇ ਉੱਥੇ ਹਾਜ਼ਰੀਆਂ ਭਰੀਆਂ। ਧੰਨ ਸੋਢੀ ਸੁਲਤਾਨ ਪਿਤਾ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਉਸਤਤ ਵਡਿਆਈ ਦੇ ਵਿੱਚ ਬਾਬਾ ਸੁੰਦਰ ਜੀ ਲਿਖਦੇ ਹਨ, ਉਹ ਕਹਿੰਦੇ ਹਨ ਕਿ ਅਜੇ ਤਾਂ ਕੁਝ ਵੀ ਨਹੀਂ, 8-8 ਘੰਟੇ ਸੰਗਤ ਜੀ ਉੱਥੇ ਸੰਗਤਾਂ ਨੂੰ ਦਰਸ਼ਨ ਕਰਨ ਤੇ ਸਮਾਂ ਲੱਗਿਆ। ਜਿਹੜੀਆਂ ਸੰਗਤਾਂ ਨੇ ਲਾਈਨ ਦੇ ਵਿੱਚ ਖੜ ਕੇ ਧੰਨ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹਾਜ਼ਰੀਆਂ ਭਰੀਆਂ ਔਰ ਬਾਹਰ ਆਣ ਕੇ ਕਈ ਸੰਗਤਾਂ ਨੇ ਵਿੱਚੋਂ ਇਹ ਦੱਸਿਆ ਹੈ ਕਿ 8-8 ਘੰਟੇ ਉਦਣ ਸੰਗਤਾਂ ਨੂੰ ਦਰਸ਼ਨ ਕਰਨ ਤੇ ਸਮਾਂ ਲੱਗਿਆ। ਔਰ ਬਾਬਾ ਸੁੰਦਰ ਜੀ ਕਹਿੰਦੇ ਅਜੇ ਤਾਂ ਕੁਝ ਵੀ ਨਹੀਂ, ਅਜੇ ਤਾਂ ਸਾਰਾ ਜਗਤ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਉਣਾ ਹੈ। ਕਹੈ ਸੁੰਦਰ ਸੁਨੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਇਸੇ ਤਰ੍ਹਾਂ ਹੀ ਬਾਬਾ ਸੱਤਾ ਬਲਵੰਡਾ ਜੀ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਉਸਤਤ ਦੇ ਵਿੱਚ ਬਚਨ ਕਰਦੇ ਹਨ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹੁ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ, ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ। ਕਿਹੜਾ ਥਾਨ ਜਿਹਨੂੰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬਦਹੁ ਪੁਰਖ ਵਿਧਾਤਾ ਤਾ ਤੂੰ ਸੋਹਿਆ, ਵਸਦੀ ਸਗਨੇ ਅਪਾਰ ਅਨੂਪ ਰਾਮਦਾਸਪੁਰ, ਹਰਿਹਾ ਨਾਨਕ ਕਸਮਲ ਜਾਹੇ ਨਾਇਆ ਰਾਮਦਾਸ ਸਰ। ਬਾਬਾ ਸੱਤਾ ਬਲਵੰਡਾ ਜੀ ਗੁਰੂ ਘਰ ਦੇ ਕੀਰਤਨੀਏ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਉਸਤਤ ਵਡਿਆਈ ਦੇ ਵਿੱਚ ਇਹ ਬਚਨ ਕਰਦੇ ਹਨ, ਧੰਨ ਧੰਨ ਰਾਮਦਾਸ ਗੁਰ ਜਿਨ ਫਿਰਿਆ ਤਿਨੈ ਸਵਾਰਿਆ। ਔਰ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਜਿੱਥੇ ਬਾਬਾ ਸੁੰਦਰ ਜੀ ਨੇ ਕੀਤੀ ਹੈ, ਜਿੱਥੇ ਬਾਬਾ ਸੱਤਾ ਬਲਵੰਡਾ ਜੀ ਨੇ ਕੀਤੀ ਹੈ, ਉਥੇ ਭੱਟ ਸਾਹਿਬਾਨ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ
ਵਡਿਆਈ ਦੇ ਵਿੱਚ ਬੜੇ ਸੁੰਦਰ ਬਚਨ ਕਰਦੇ ਹਨ। ਭੱਟ ਸਾਹਿਬਾਨ ਕਹਿੰਦੇ ਹਨ, ਮਨਸਾ ਕਰ ਸਿਮਰੰਤ ਤੁਝਾ ਨਰ, ਕਾਮ ਕ੍ਰੋਧ ਮਿਟਿਓ ਜੋ ਤਿਨੰ। ਭੱਟ ਸਾਹਿਬਾਨ ਕਹਿੰਦੇ ਮਨ ਕਰਕੇ ਵੀ ਜਿਹੜਾ ਕਹਿ ਦੇਣਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜਿਹੜਾ ਮਨ ਦੇ ਵਿੱਚ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਸਿਮਰ ਲਵੇ, ਉਹਦਾ ਕਾਮ ਅਤੇ ਕ੍ਰੋਧ ਖਿਣ ਦੇ ਵਿੱਚ ਹੀ ਸਤਿਗੁਰੂ ਜੀ ਮਿਟਾ ਦਿੰਦੇ ਨੇ। ਮਨਸਾ ਕਰ ਸਿਮਰੰਤ ਤੁਝਾ ਨਰ, ਕਾਮ ਕ੍ਰੋਧ ਮਿਟਿਓ ਜੋ ਤਿਨੰ। ਬਾਚਾ ਕਰ ਸਿਮਰੰਤ ਤੁਝਾ ਤਿਨ ਦੁੱਖ, ਦਰਿਦਰ ਮਿਟਿਓ ਜੋ ਖਿਣੰ। ਜਿਹੜਾ ਬਚਨਾ ਕਰਕੇ ਕਹਿ ਦੇਵੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ, ਤੁਰਿਆ ਫਿਰਦਾ ਜਿਹੜਾ ਕਰੀ ਜਾਵੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਭੱਟ ਸਾਹਿਬਾਨ ਕਹਿੰਦੇ ਉਹਦਾ ਦੁੱਖ ਦਲਿੱਦਰ ਖਿਣ ਦੇ ਵਿੱਚ ਹੀ ਸਤਿਗੁਰੂ ਜੀ ਦੂਰ ਕਰ ਦਿੰਦੇ ਨੇ। ਬੰਸਾ ਕਰ ਸਿਮਰੰਤ ਤੁਝਾ ਨਰ, ਕਾਮ ਕ੍ਰੋਧ ਮਿਟਿਓ ਜੋ ਤਿਨੰ। ਬਾਚਾ ਕਰ ਸਿਮਰੰਤ ਤੁਝਾ ਤੇਨ, ਦੁੱਖ ਦਰਿਦਰ ਮਿਟਿਓ ਜੋ ਖਿਣੰ। ਕਰਮ ਕਰ ਤੋ ਦਰਸ ਪਰਸ ਪਾਰਸ ਸਾਰ, ਬਲ ਭੱਟ ਜਸ ਗਾਇਓ। ਜਿਹੜਾ ਸਰੀਰ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਸਿਮਰਦਾ ਹੈ, ਜਿਹੜਾ ਸਰੀਰ ਕਰਕੇ ਉਹਦਾ ਨਾਮ ਲੈਂਦਾ ਹੈ, ਸਤਿਗੁਰੂ ਜੀ ਉਹਨੂੰ ਪਾਰਸ ਵਾਂਗ ਬਣਾ ਦਿੰਦੇ ਨੇ। ਕਰਮ ਕਰ ਤੋ ਦਰਸ ਪਰਸ ਪਾਰਸ ਸਾਰ, ਬਲ ਭੱਟ ਜਸ ਗਾਇਓ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ, ਤੈ ਹਰ ਪਰਮ ਪਦ ਪਾਇਓ। ਸਦਾ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਇਸ ਜੱਗ ਦੇ ਵਿੱਚ ਜੈ ਜੈਕਾਰ ਹੋ ਰਹੀ ਹੈ। ਔਰ ਸੰਗਤ ਜੀ, ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਵੀ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰ ਦਾ ਦਾਸ ਹੋਣ ਦੇ ਨਾਤੇ, ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਦਰ ਦਾ ਸੇਵਾਦਾਰ ਹੋਣ ਦੇ ਨਾਤੇ ਆਪ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਜ਼ਰੂਰੀ ਬੇਨਤੀ ਇਹ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕ ਕੇ ਗੁਰੂ ਵਾਲੇ ਨਹੀਂ ਬਣੇ, ਉਹ ਅੰਮ੍ਰਿਤ ਛਕ ਕੇ ਗੁਰੂ ਵਾਲੇ ਜ਼ਰੂਰ ਬਣੋ। ਕਿਉਂਕਿ ਸਤਿਗੁਰ ਸਾਹਿਬਾਨ ਜੀ ਦੇ ਪਾਵਨ ਬਚਨ ਹਨ, ਸਤਿਗੁਰ ਬੱਝ ਹੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬਤੀਤ ਕਰੋ। ਸਤਿਗੁਰ ਸਾਹਿਬਾਨ ਜੀ ਦੇ ਪਾਵਨ ਬਚਨ ਇਹ ਵੀ ਹਨ, ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਸਾਡਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਨ, ਜਿਨ੍ਹਾਂ ਨੂੰ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਨਾਂਦੇੜ ਦੀ ਧਰਤੀ ਸ੍ਰੀ ਹਜ਼ੂਰ ਸਾਹਿਬ ਜੀ ਵਿਖੇ ਗੁਰਤਾ ਗੱਦੀ ਤੇ ਵਿਰਾਜਮਾਨ ਕੀਤਾ। ਆਪ ਸਤਿਗੁਰੂ 10ਵੇਂ ਪਾਤਸ਼ਾਹ ਸੱਚਖੰਡ ਨੂੰ ਪਿਆਨਾ ਕਰ ਗਏ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਾਡੇ ਗੁਰੂ ਹਨ। ਔਰ ਖੰਡੇ ਦੀ ਪਾਹਲ ਅੰਮ੍ਰਿਤ ਦੀ ਦਾਤ ਲੈ ਕਰਕੇ ਅਸੀਂ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬਤੀਤ ਕਰੀਏ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਭਾਗਾਂ ਵਾਲੇ ਨੇ, ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ ਉਹ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬਤੀਤ ਕਰੋ। ਬਹੁਤ ਬਹੁਤ ਧੰਨਵਾਦ ਆਪ ਸਾਰੀਆਂ ਰੱਬ ਵਰਗੀਆਂ ਸੰਗਤਾਂ ਦਾ। ਭਾਈ ਸਾਹਿਬ ਭਾਈ ਤਰਸੇਮ ਸਿੰਘ ਜੀ, ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਵਾਏ। ਇੰਨੀ ਹਾਜ਼ਰੀ ਦਾਸ ਦੀ ਪ੍ਰਵਾਨ ਕਰਨੀ। ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆ।